ਹੈਲੋ ਫਰੈਂਡਸ, ਅੱਜ ਆਪਾਂ ਸ਼ੁਰੂ ਕਰਨ ਜਾ ਰਹੇ ਹਾਂ ਕੋਆਰਡੀਨੇਟ ਜਿਓਮੈਟਰੀ। ਕਿਸੇ ਦਿੱਤੇ ਗਏ ਬਿੰਦੂ XY ਨੂੰ ਕੋਆਰਡੀਨੇਟ ਪਲੇਨ ਦੇ ਵਿੱਚ ਲੱਭਣ ਦੇ ਲਈ ਸਾਨੂੰ ਉਸ ਦਾ X ਧੁਰਾ ਅਤੇ Y ਧੁਰਾ ਪਤਾ ਹੋਣਾ ਚਾਹੀਦਾ ਹੈ। ਜਿਹੜਾ ਬਿੰਦੂ Y ਧੁਰੇ ਤੋਂ ਦੂਰ ਹੈ, Y ਧੁਰੇ ਤੋਂ ਦੂਰ ਮਤਲਬ ਕਿ ਉਹ X ਧੁਰੇ ਦੇ ਉੱਤੇ ਸਥਿਤ ਹੈ ਜਾਂ ਉਸ ਦੀ ਐਬਸੀਸਾ ਦੀ ਵੈਲਿਊ ਮੌਜੂਦ ਹੈ। ਉਸੇ ਤਰ੍ਹਾਂ ਜਿਹੜਾ ਬਿੰਦੂ Y ਧੁਰੇ ਦੇ ਉੱਤੇ ਮੌਜੂਦ ਹੈ ਉਸ ਦੀ ਆਰਡੀਨੇਟ ਦੀ ਵੈਲਿਊ ਕੀਮਤ ਦਿੱਤੀ ਹੋਈ ਹੈ। ਇਸ ਟੌਪਿਕ ਵਿੱਚ ਅਸੀਂ ਸਿੱਖਾਂਗੇ ਕਿ ਜਦੋਂ ਸਾਨੂੰ ਕੋਈ ਦੋ ਬਿੰਦੂ ਦਿੱਤੇ ਗਏ ਹਨ, X ਅਤੇ Y ਕੋਆਰਡੀਨੇਟਸ ਉਹਨਾਂ ਦੇ ਪਤਾ ਹਨ, ਤਾਂ ਉਹਨਾਂ ਦੀ ਆਪਸੀ ਦੂਰੀ ਕਿੰਨੀ ਹੈ, ਮਤਲਬ ਕਿ ਡਿਸਟੈਂਸ ਫਾਰਮੂਲਾ ਅਸੀਂ ਪਤਾ ਕਰਾਂਗੇ। ਦੂਸਰੀ ਗੱਲ ਜਿਹੜੀ ਅਸੀਂ ਸਿੱਖਣੀ ਹੈ ਉਹ ਇਹ ਹੈ ਕਿ ਇੱਕ ਬਿੰਦੂ ਦੋ ਦਿੱਤੇ ਹੋਏ ਬਿੰਦੂਆਂ ਨੂੰ ਕਿੰਨੇ ਅਨੁਪਾਤ ਵਿੱਚ ਵੰਡ ਰਿਹਾ ਹੈ। ਭਾਵ ਜਦੋਂ ਅਸੀਂ ਦੋ ਬਿੰਦੂਆਂ A ਅਤੇ B ਨੂੰ ਮਿਲਾ ਦਈਏ ਤਾਂ ਉਹਨਾਂ ਨੂੰ ਕੋਈ ਬਿੰਦੂ P ਕਿੰਨੇ ਅਨੁਪਾਤ ਵਿੱਚ ਵੰਡਦਾ ਹੈ, ਇਹ ਸਿੱਖਾਂਗੇ। ਅਤੇ ਤੀਸਰੀ ਗੱਲ ਅਸੀਂ ਸਿੱਖਣੀ ਹੈ ਕਿ ਜੇ ਸਾਨੂੰ ਕੋਆਰਡੀਨੇਟ ਐਕਸਿਸ ਦੇ ਵਿੱਚ ਤਿੰਨ ਬਿੰਦੂ ਦਿੱਤੇ ਜਾਣ ਤਾਂ ਉਹ ਇੱਕ ਤ੍ਰਿਭੁਜ ਬਣਾਉਂਦੇ ਹਨ, ਉਸ ਤ੍ਰਿਭੁਜ ਦਾ ਖੇਤਰਫਲ ਕਿਵੇਂ ਕੱਢਣਾ ਹੈ। ਇਹ ਗੱਲਾਂ ਅਸੀਂ ਅੱਜ ਦੇ ਇਸ ਵੀਡੀਓ ਵਿੱਚ ਸਿੱਖਾਂਗੇ। ਸਭ ਤੋਂ ਪਹਿਲੀ ਚੀਜ਼ ਹੈ ਡਿਸਟੈਂਸ ਫਾਰਮੂਲਾ ਆਰਟ, ਮਤਲਬ ਕਿ ਸਾਨੂੰ ਦੋ ਬਿੰਦੂ A ਅਤੇ B ਦਿੱਤੇ ਗਏ ਹਨ, ਉਹਨਾਂ ਦੀ ਆਪਸੀ ਦੂਰੀ ਦਾ ਸੂਤਰ ਅਸੀਂ ਕੈਲਕੂਲੇਟ ਕਰਨਾ ਸਿੱਖਾਂਗੇ। ਮੰਨ ਲਓ ਬਿੰਦੂ A ਦੇ ਕੋਆਰਡੀਨੇਟਸ ਹਨ x1 y1 ਅਤੇ B ਦੇ ਕੋਆਰਡੀਨੇਟਸ ਹਨ x2 y2। ਤਾਂ ਚਿੱਤਰ ਵਿੱਚ ਦੇਖੋ, ਅਸੀਂ A ਤੋਂ AP ਅਤੇ B ਤੋਂ BQ ਦੋ ਪਰਪੈਂਡੀਕੂਲਰ ਲਾਈਨਸ ਲੰਬ X ਧੁਰੇ ਦੇ ਉੱਤੇ ਡਰੋਪ ਕਰ ਲਏ ਹਨ। ਨਾਲ ਹੀ ਇੱਕ ਪਰਪੈਂਡੀਕੂਲਰ AC ਅਸੀਂ BQ ਰੇਖਾ ਦੇ ਉੱਤੇ ਡਰੋਪ ਕੀਤਾ ਹੈ, ਜਿਹੜਾ ਕਿ X ਧੁਰੇ ਦੇ ਸਮਾਨਾਂਤਰ ਹੈ, ਪੈਰਲਲ ਹੈ। ਹੁਣ ਚਿੱਤਰ ਵਿੱਚ ਦੇਖੋ, OP ਦੂਰੀ ਬਰਾਬਰ ਹੋਏਗੀ x1 ਦੇ ਅਤੇ OQ ਹੋਏਗੀ x2 ਦੇ ਬਰਾਬਰ, ਅਤੇ PQ ਦੂਰੀ ਹੈ x2 ਮਾਈਨਸ x1। ਅਤੇ ਡਾਇਗਰਾਮ ਮੁਤਾਬਕ PQ ਬਰਾਬਰ ਹੈ AC ਦੇ, ਇਸ ਦਾ ਮਤਲਬ AC ਦੀ ਦੂਰੀ ਵੀ x2 ਮਾਈਨਸ x1 ਮਿਲ ਗਈ। ਉਸੇ ਤਰ੍ਹਾਂ BQ ਦੇਖੋ, BQ ਦੀ ਕੀਮਤ y2 ਹੈ, CQ ਬਰਾਬਰ ਹੈ AP ਦੇ ਜਿਹੜਾ ਕਿ y1 ਹੈ। ਇਸ ਤਰ੍ਹਾਂ BC ਦੀ ਵੈਲਿਊ ਅਸੀਂ ਕੱਢ ਸਕਦੇ ਹਾਂ BQ ਮਾਈਨਸ CQ ਇਜ਼ ਇਕੁਅਲ ਟੂ y2 ਮਾਈਨਸ y1। ਇਹ ਦੋ ਦੂਰੀਆਂ ਅਸੀਂ ਡਾਇਗਰਾਮ ਦੇ ਮੁਤਾਬਕ ਕੱਢ ਲਈਆਂ ਹਨ। ਹੁਣ ਅਸੀਂ ਦੂਰੀ ਪਤਾ ਕਰਨੀ ਹੈ AB ਦੀ, A ਅਤੇ B ਦੀ। ਅਤੇ ਤ੍ਰਿਭੁਜ ABC ਸਾਡੇ ਕੋਲ ਇੱਕ ਰਾਈਟ ਐਂਗਲ ਟਰਾਈਐਂਗਲ ਹੈ, ਸਮਕੋਣ ਤਿਕੋਣ, ਅਤੇ ਸਮਕੋਣ ਤਿਕੋਣ ਦੇ ਲਈ ਸਾਡੇ ਕੋਲ ਹਮੇਸ਼ਾ ਪਾਈਥਾਗੋਰਸ ਥਿਊਰਮ ਉਪਲਬਧ ਹੁੰਦੀ ਹੈ। ਪਾਈਥਾਗੋਰਸ ਥਿਊਰਮ ਦੇ ਮੁਤਾਬਕ ਕਰਨ AB ਦਾ ਵਰਗ ਬਰਾਬਰ ਹੈ AC ਆਧਾਰ ਦਾ ਵਰਗ ਪਲਸ BC ਲੰਬ ਦਾ ਵਰਗ। ਇਸ ਦਾ ਮਤਲਬ ਅਸੀਂ AC ਅਤੇ BC ਦੀਆਂ ਵੈਲਿਊਜ਼ ਇਸ ਸਮੀਕਰਨ ਦੇ ਵਿੱਚ ਭਰ ਸਕਦੇ ਹਾਂ। ਸਾਨੂੰ ਮਿਲਦਾ ਹੈ AB ਦਾ ਸਕੁਆਇਰ ਬਰਾਬਰ ਹੈ x2 ਮਾਈਨਸ x1 ਦਾ ਸਕੁਆਇਰ ਪਲਸ y2 ਮਾਈਨਸ y1 ਦਾ ਸਕੁਆਇਰ। ਅਤੇ ਇੱਥੋਂ AB ਰਹਿ ਗਿਆ ਵਰਗਮੂਲ x2 ਮਾਈਨਸ x1 ਹੋਲ ਸਕੁਆਇਰ ਪਲਸ y2 ਮਾਈਨਸ y1 ਹੋਲ ਸਕੁਆਇਰ। ਇਹ ਸਾਡੇ ਕੋਲ ਬਿੰਦੂ A ਅਤੇ ਬਿੰਦੂ B ਦੀ ਦੂਰੀ ਹੈ। ਡਿਸਟੈਂਸ ਫਾਰਮੂਲਾ ਬਣ ਗਿਆ ਹੈ ਅਤੇ ਅਸੀਂ ਕਹਿੰਦੇ ਹਾਂ ਦੂਰੀ AB, ਡਿਸਟੈਂਸ AB ਇਜ਼ ਇਕੁਅਲ ਟੂ ਵਰਗਮੂਲ x2 ਮਾਈਨਸ x1 ਦਾ ਸਕੁਆਇਰ ਪਲਸ y2 ਮਾਈਨਸ y1 ਦਾ ਸਕੁਆਇਰ। ਮਤਲਬ ਕਿ ਦੋਨੇ ਬਿੰਦੂਆਂ ਦੇ x ਧੁਰਿਆਂ ਦੀ ਮਾਈਨਸ ਕਰਨੀ ਹੈ, ਫਿਰ y ਦੀਆਂ ਕੀਮਤਾਂ ਨੂੰ ਮਾਈਨਸ ਕਰਨਾ ਹੈ। ਹੁਣ ਇੱਥੇ ਇਹ ਗੱਲ ਧਿਆਨ ਦੇਣ ਯੋਗ ਹੈ ਕਿ ਜਦੋਂ ਦੋਹਾਂ ਬਿੰਦੂਆਂ ਵਿੱਚੋਂ ਕੋਈ ਇੱਕ ਬਿੰਦੂ ਮੂਲ ਬਿੰਦੂ ਹੋਵੇ, ਮਤਲਬ ਔਰੀਜਨ, ਜਿਸ ਦੇ ਕਿ ਕੋਆਰਡੀਨੇਟਸ 0 0 ਹਨ, ਤਾਂ ਇਹ ਦੂਰੀ ਬਣ ਜਾਏਗੀ OA, O ਮੈਨੇ ਔਰੀਜਨ, ਅਤੇ X ਔਰ Y ਨਿਰਦੇਸ਼ ਅੰਕਾਂ ਵਿੱਚੋਂ ਇੱਕ ਇੱਕ ਨਿਰਦੇਸ਼ ਅੰਕ 0 ਹੋ ਜਾਏਗਾ ਔਰ ਸਾਡਾ ਫਾਰਮੂਲਾ ਬਣ ਜਾਏਗਾ OA ਬਰਾਬਰ ਹੈ ਵਰਗਮੂਲ x ਸਕੁਆਇਰ ਪਲਸ y ਸਕੁਆਇਰ। ਇਹ ਦੂਰੀ ਹੈ ਕਿਸੇ ਬਿੰਦੂ ਦੀ ਮੂਲ ਬਿੰਦੂ ਤੋਂ ਔਰੀਜਨ ਤੋਂ। ਦੂਸਰੀ ਗੱਲ, ਅਸੀਂ ਡਿਸਟੈਂਸ ਫਾਰਮੂਲਾ ਨੂੰ x1 ਮਾਈਨਸ x2 ਹੋਲ ਸਕੁਆਇਰ ਪਲਸ y1 ਮਾਈਨਸ y2 ਹੋਲ ਸਕੁਆਇਰ ਵੀ ਲਿਖ ਸਕਦੇ ਹਾਂ, ਕਿਉਂਕਿ ਵਰਗ ਕਰਨ ਸਮੇਂ
ਸੰਖਿਆਵਾਂ ਦੀ ਕੀਮਤ ਉਹੀ ਰਹੇਗੀ, ਚਾਹੇ ਇਹ x1 ਮਾਈਨਸ x2 ਲਿਖ ਲਓ, ਚਾਹੇ x2 ਮਾਈਨਸ x1, ਵਰਗ ਹੋ ਕੇ ਆਨਸਰ ਓਨਾ ਹੀ ਰਹੇਗਾ। ਇਸ ਲਈ ਦੂਰੀ ਦੋਵੇਂ ਬਿੰਦੂਆਂ ਦੀ A ਅਤੇ B ਦੀ ਉਨੀ ਹੀ ਰਹੇਗੀ। ਹੁਣ ਅਸੀਂ ਡਿਸਟੈਂਸ ਫਾਰਮੂਲਾ 'ਤੇ ਬੇਸਡ ਕੁਝ ਸਵਾਲਾਂ ਦੀ ਪ੍ਰੈਕਟਿਸ ਕਰਕੇ ਦੇਖਦੇ ਹਾਂ। ਐਗਜ਼ਾਮਪਲ 1, ਫਾਈਂਡ ਦਾ ਡਿਸਟੈਂਸ ਬਿਟਵੀਨ ਦਾ ਪੁਆਇੰਟਸ। ਪਹਿਲੇ ਭਾਗ ਵਿੱਚ ਬਿੰਦੂ ਹਨ 1,3 ਅਤੇ 1,2, ਜਿਨ੍ਹਾਂ ਦੀ ਦੂਰੀ ਅਸੀਂ ਪਤਾ ਕਰਨੀ ਹੈ। ਅਸੀਂ ਲੈ ਲਿਆ A 1,3 B 1,2, ਤਾਂ ਦੂਰੀ AB ਦੀ ਹੋਏਗੀ ਫਾਰਮੂਲਾ x2 ਮਾਈਨਸ x1 ਹੋਲ ਸਕੇਅਰ ਪਲੱਸ y2 ਮਾਈਨਸ y1 ਹੋਲ ਸਕੇਅਰ, ਸਾਰੇ ਦਾ ਵਰਗਮੂਲ, ਅਤੇ ਕੀਮਤਾਂ ਰੱਖਾਂਗੇ। x2 ਮਾਈਨਸ x1 ਮਤਲਬ A ਅਤੇ B ਦੇ x ਕੋਆਰਡੀਨੇਟਸ ਦੀ ਵੈਲਿਊਜ਼ 1 ਮਾਈਨਸ 1 ਹੋਲ ਸਕੇਅਰ। ਉਸੇ ਤਰ੍ਹਾਂ y2 ਮਾਈਨਸ y1 ਮਤਲਬ y ਦੀਆਂ ਕੀਮਤਾਂ, ਤਾਂ ਅਸੀਂ 2 ਮਾਈਨਸ 3 ਹੋਲ ਸਕੇਅਰ ਕਰਾਂਗੇ ਅਤੇ ਸਾਰੇ ਦੇ ਉੱਪਰ ਵਰਗਮੂਲ ਜ਼ਰੂਰ ਲਿਖਣਾ ਹੈ। ਇਹ ਬਣ ਗਿਆ ਘਟਾਓ ਕਰਕੇ 0 ਦਾ ਵਰਗ ਪਲੱਸ ਮਾਈਨਸ 1 ਦਾ ਵਰਗ, ਸਾਰੇ ਦੇ ਉੱਤੇ ਵਰਗਮੂਲ ਇਜ਼ ਇਕੁਅਲ ਟੂ 0 ਪਲੱਸ 1 ਦਾ ਵਰਗਮੂਲ ਜਾਂ ਫਿਰ 1 ਦਾ ਵਰਗਮੂਲ ਜਿਹੜਾ ਕਿ 1 ਹੈ। AB ਦੀ ਦੂਰੀ 1 ਪ੍ਰਾਪਤ ਹੋਈ। ਸੈਕਿੰਡ ਕੁਐਸਚਨ, ਇਸ ਦੇ ਵਿੱਚ ਅਸੀਂ ਬਿੰਦੂ A ਲੈਂਦੇ ਹਾਂ -7,5 ਅਤੇ B ਬਿੰਦੂ ਨੂੰ ਲਵਾਂਗੇ 1,-4 ਅਤੇ ਉਹੀ ਫਾਰਮੂਲਾ ਲੱਗੇਗਾ। ਦੂਰੀ ਸੂਤਰ AB ਬਰਾਬਰ ਹੈ ਵਰਗਮੂਲ x2 ਮਾਈਨਸ x1 ਹੋਲ ਸਕੇਅਰ ਪਲੱਸ y2 ਮਾਈਨਸ y1 ਹੋਲ ਸਕੇਅਰ ਅਤੇ ਕੀਮਤਾਂ ਰੱਖ ਦਿੰਦੇ ਹਾਂ। ਇਹ ਬਣ ਗਿਆ ਵਰਗਮੂਲ 1 ਮਾਈਨਸ 7 ਹੋਲ ਸਕੇਅਰ ਪਲੱਸ -4 ਮਾਈਨਸ 5 ਸਕੇਅਰ ਇਜ਼ ਇਕੁਅਲ ਟੂ ਵਰਗਮੂਲ 1 ਪਲੱਸ 7 ਦਾ ਵਰਗ ਪਲੱਸ -9 ਦਾ ਵਰਗ। ਅਤੇ ਇਹ ਸਿੰਪਲ ਕੈਲਕੂਲੇਸ਼ਨਸ ਕਰਨ ਤੋਂ ਬਾਅਦ ਸਾਨੂੰ ਮਿਲ ਗਿਆ 8 ਦਾ ਵਰਗ ਪਲੱਸ 9 ਦਾ ਵਰਗ, ਜਿਹੜਾ ਕਿ ਬਰਾਬਰ ਹੈ 64 ਪਲੱਸ 81 ਦਾ ਵਰਗਮੂਲ, ਮਤਲਬ ਕਿ ਵਰਗਮੂਲ 145। ਇਸ ਤਰ੍ਹਾਂ ਡਿਸਟੈਂਸ AB ਮਿਲ ਗਿਆ ਵਰਗਮੂਲ 145। ਇਸ ਤਰੀਕੇ ਨਾਲ ਅਸੀਂ ਸਿੰਪਲ ਡਿਸਟੈਂਸ ਫਾਰਮੂਲਾ ਰੱਖ ਕੇ ਉਸ ਦੇ ਵਿੱਚ ਕੀਮਤਾਂ ਪੁੱਟ ਕਰਕੇ ਡਿਸਟੈਂਸ ਜਾਂ ਦੂਰੀ AB ਕੱਢ ਸਕਦੇ ਹਾਂ। ਤੀਸਰਾ ਸਵਾਲ ਹੈ A ਬਿੰਦੂ x,0 B ਬਿੰਦੂ y,4। ਇਸ ਤਰ੍ਹਾਂ ਦੂਰੀ AB ਹੋਏਗੀ x2 ਮਾਈਨਸ x1 ਦਾ ਵਰਗ ਮਤਲਬ y ਮਾਈਨਸ x ਦਾ ਵਰਗ। ਦੋਹਾਂ ਦੇ x ਧੁਰਿਆਂ ਦੀ ਕੀਮਤ ਅਸੀਂ ਰੱਖ ਦਿੱਤੀ। ਉਸੇ ਤਰ੍ਹਾਂ y2 ਮਾਈਨਸ y1 ਦਾ ਵਰਗ ਦੇ ਵਿੱਚ ਕੀਮਤਾਂ ਆਉਣਗੀਆਂ 4 ਮਾਈਨਸ 0 ਇਸ ਦਾ ਵਰਗ, ਸਾਰੇ ਦੇ ਉੱਤੇ ਵਰਗਮੂਲ। y ਮਾਈਨਸ x ਦਾ ਹੋਲ ਸਕੇਅਰ ਫਾਰਮੂਲਾ ਨਾਲ ਖੁੱਲ੍ਹੇਗਾ ਅਤੇ ਇਹ ਬਣ ਜਾਏਗਾ y ਸਕੇਅਰ ਪਲੱਸ x ਸਕੇਅਰ ਮਾਈਨਸ 2xy ਅਤੇ ਦੂਸਰੀ ਬ੍ਰੈਕਟ ਹੈ ਕੇਵਲ 4 ਦਾ ਵਰਗ ਦੈਟ ਇਜ਼ ਇਕੁਅਲ ਟੂ 16 ਅਤੇ ਸਾਰੇ ਦੇ ਉੱਤੇ ਵਰਗਮੂਲ। ਇਸ ਤਰ੍ਹਾਂ ਅਸੀਂ ਡਿਸਟੈਂਸ ਫਾਰਮੂਲਾ ਲਗਾ ਕੇ ਇਹ ਸਵਾਲ ਵੀ ਕੰਪਲੀਟ ਕਰ ਲਿਆ ਹੈ। ਆਓ ਅਗਲੇ ਸਵਾਲ ਵੱਲ ਚੱਲਦੇ ਹਾਂ। ਚੌਥਾ ਕੁਐਸਚਨ A 7,1 B 3,5, ਤਾਂ ਇਸੇ ਤਰ੍ਹਾਂ ਡਿਸਟੈਂਸ ਫਾਰਮੂਲਾ ਲਗਾਵਾਂਗੇ। x ਧੁਰੇ ਦੀ ਮਾਈਨਸ ਕੀਤੀ, ਇਹ ਬਣ ਗਿਆ 3 ਘਟਾਓ 7 ਅਤੇ y ਧੁਰੇ ਦੀ ਮਾਈਨਸ ਕੀਤੀ ਤਾਂ ਬਣੇਗਾ 5 ਘਟਾਓ 1, ਸਾਰੇ ਦੇ ਉੱਤੇ ਵਰਗਮੂਲ ਅਤੇ ਵਰਗ ਆਪਣੀਆਂ ਆਪਣੀਆਂ ਥਾਵਾਂ 'ਤੇ। ਕੈਲਕੂਲੇਸ਼ਨ ਕਰਕੇ ਬਣਿਆ -4 ਦਾ ਵਰਗ ਪਲੱਸ 4 ਦਾ ਵਰਗ, ਸਾਰੇ ਦੇ ਉੱਤੇ ਵਰਗਮੂਲ। ਇਹ ਹੋ ਗਿਆ 16 ਪਲੱਸ 16 ਦਾ ਵਰਗਮੂਲ ਜਾਂ ਫਿਰ ਵਰਗਮੂਲ 32। 32 ਦੇ ਟੋਟੇ ਬਣਾਵਾਂਗੇ, ਗੁਣਨਖੰਡ ਬਣਾਵਾਂਗੇ। 4 ਗੁਣਾ 4 16, 16 ਗੁਣਾ 2 32। ਇਸ ਦੇ ਵਿੱਚੋਂ 4 ਨੂੰ ਅਸੀਂ ਵਰਗਮੂਲ ਦੇ ਚਿੰਨ੍ਹ ਵਿੱਚੋਂ ਬਾਹਰ ਕੱਢ ਲਿਆ ਅਤੇ AB ਦੀ ਦੂਰੀ ਆ ਗਈ 4 ਵਰਗਮੂਲ 2। ਪੰਜਵਾਂ ਸਵਾਲ ਹੈ ਬਿੰਦੂ A ਸਾਨੂੰ ਮੂਲ ਬਿੰਦੂ 0, 0 ਦਿੱਤਾ ਗਿਆ ਹੈ ਅਤੇ B ਬਿੰਦੂ ਹੈ 4,8, ਤਾਂ AB ਦੀ ਦੂਰੀ ਦੇ ਲਈ ਅਸੀਂ ਸਿਰਫ 4 ਦਾ ਵਰਗ ਅਤੇ 8 ਦਾ ਵਰਗ ਹੀ ਕਰਨਾ ਹੈ। ਇਹ ਹੋ ਗਿਆ ਵਰਗਮੂਲ 16 ਪਲੱਸ 64 ਜਾਂ ਫਿਰ ਵਰਗਮੂਲ 80। ਹੁਣ ਫਿਰ 80 ਦੇ ਗੁਣਨਖੰਡ ਬਣਾਏ, 16 5 80 ਅਤੇ 16 ਨੂੰ ਅਸੀਂ ਵਰਗਮੂਲ ਵਿੱਚੋਂ 4 ਬਣਾ ਕੇ ਬਾਹਰ ਕੱਢ ਲਿਆ। ਦੂਰੀ AB ਆ ਗਈ 4 ਵਰਗਮੂਲ 5। ਇਸ ਤਰੀਕੇ ਨਾਲ ਅਸੀਂ ਡਿਸਟੈਂਸ ਫਾਰਮੂਲਾ ਉੱਤੇ ਆਧਾਰਿਤ ਕੁਐਸਚਨਸ ਕੱਢ ਸਕਦੇ ਹਾਂ। ਅਗਲੇ ਵੀਡੀਓ ਵਿੱਚ ਦੂਰੀ ਸੂਤਰ ਜਾਂ ਡਿਸਟੈਂਸ ਫਾਰਮੂਲਾ ਦੀ ਐਪਲੀਕੇਸ਼ਨ ਦੇ ਸਵਾਲ ਸਿੱਖਾਂਗੇ। ਉਦੋਂ ਤੱਕ ਲਈ ਟੇਕ ਕੇਅਰ ਐਂਡ ਵਰਕ ਹਾਰਡ। ਬਾਏ ਬਾਏ।